मैं भाई अशोक सिंह जी तुहाडे कोल आना चाहांगी। तुसीं सुनिया जो बीबी जी ने कहा, इस ਕੰਪਲੈਕਸ ਨੂੰ ਤਿਆਰ ਹੁੰਦੇ ਹੋਏ ਨਜ਼ਦੀਕ ਤੋਂ ਤੁਸੀਂ ਦੇਖਿਆ, ਕੀ ਤੁਹਾਡੇ ਮੁਤਾਬਕ ਇਹ ਸਾਡੀ ਵਿਰਾਸਤ ਨੂੰ ਚੰਗੀ ਤਰ੍ਹਾਂ ਨਾਲ ਦਰਸਾਉਂਦਾ ਹੈ? बीबी जी ने जिन्ना जोर लगाया है वो पंजाब की विरासत ते लाया है, सिर्फ ना इहदा खालसा विरासत दस्सिया है, बाकी उन्होंने कहा है कि ये पंजाब दा विरासत नूं डिपिक्ट करता है। ये दो चीज़ां अलहदा ने जी। पंजाबी विरासत दे विच वो मिक्सड विरासत है। दूसरा ये है कि जिथों दा आर्कीटैक्ट दा सवाल है ਉਹਦੇ बारे मैं कुछ नहीं कह सकता क्योंकि मैं आर्कीटैक्ट नहीं, लेकिन दो दिख है उसकी जो स्ट्रक्चर दी जो बाहरों दिखता है, जिस तरह हुण आपने तुसीं दिखाया प्रोजेक्ट कीता है जी, वो इको इस तरह बोट की किस्म है जी। ते मैं पहला भी एक दो दफा कह चुकिया कि जिस आर्कीटैक्ट नूं सिख सभ्याचार का पता नहीं वो साडे संकल्प नूं किस तरह मूर्तिमान कर सकता है। मैं तो इहनूं कहांगा कि ये नोआज़ आर्क है, ओके, किश्ती है। हाँ जी, हाँ जी। खालसे दा जन्म है वो खंडे बाटे तो हुंदा है, वो खंडा बाटा कित्थे है? साडा तां जन्म ही उत्थों हुंदा है ना। हाँ जी। वो है नहीं। होर गुंबद हन जो इस्लाम विच भी हन, हिंदू धर्म विच भी हन, सिख धर्म विच भी हन, गुंबद कोई नहीं है, वो गायब नहीं। हाँ जी, वो नहीं है। लेकिन एक चीज होर है कि तिन्नां दे गुंबदां दी जिहड़ी शक्ल है वो फर्क है। इस्लामिक गुंबद है वो बैठा होया जी, जिहड़ा हिंदू धर्म दा हैगा वो इदां होके गोल होके बैठदा, वो थोड़ा लंबा लंबाई। जिहड़ा सिख धर्म दा गुंबद है वो दोनों नाल तिन्नां नालों वख है, ਉਹਦੇ ਵਿੱਚ ਗੁੰਬਦ ਕੋਈ ਨਹੀਂ ਹੈ ਨਜ਼ਰ ਆ ਰਿਹਾ। ਬਾਕੀ ਜੇ ਚਲੋ ਉਹਦੇ ਅੰਦਰ ਜੋ ਅਖਬਾਰਾਂ ਦੇ ਵਿੱਚ ਨਿਕਲਿਆ ਅੰਦਰ ਦੀ ਗੈਲਰੀ ਵੀ ਕਹਿੰਦੇ ਬੋਟ ਸ਼ੇਪ ਹੈ। ਤੋ ਇਹ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਡਿਪਿਕਟ ਕਹਿ ਸਕਦੇ ਹੋ ਵੀ ਇਹ ਖਾਲਸਾ ਹੀ ਹੈ। ਫਿਰ ਇਹਦਾ ਮਤਲਬ ਤੁਸੀਂ ਇਸ ਕ੍ਰਿਟਿਸਿਜ਼ਮ ਨੂੰ ਜਾਇਜ਼ ਮੰਨਦੇ ਹੋ ਕਿ ਇਹ ਜਿਹੜਾ ਇੱਕ ਡਿਜ਼ਾਈਨ ਹੈਗਾ ਇਹ ਮਾਡਰਨ ਡਿਜ਼ਾਈਨ ਹੈ ਤੇ ਇਹ ਸਿੱਖੀ ਇਤਿਹਾਸ ਨੂੰ ਨਹੀਂ ਦਰਸਾਉਂਦਾ? ਸਾਰੇ ਬਾਕੀ ਇਹ ਦੱਸਣਗੇ ਆਰਕੀਟੈਕਟ ਨੇ ਇਹ ਤਾਂ ਸਾਰੇ ਕੰਕਰੀਟ ਦਾ ਡਿਜ਼ਾਈਨ ਹੈ, ਜਿਵੇਂ ਚੰਡੀਗੜ੍ਹ ਬਣਿਆ ਹੈ ਇਹ ਕੰਕਰੀਟ ਔਰ ਸਟੀਲ ਦਾ ਡਿਜ਼ਾਈਨ ਹੈ, ਇਹਦੇ ਵਿੱਚ ਵਿਰਾਸਤ ਵਾਲੀ ਤਾਂ ਕੋਈ ਗੱਲ ਬਣੀ ਹੀ ਨਹੀਂ। ਮਗਰ ਜੇ ਆਪਾਂ ਬਿਲਡਿੰਗ ਦੀ ਸਿੰਪਲ ਇੱਕ ਬਿਲਡਿੰਗ ਦੀ ਗੱਲ ਕਰੀਏ ਤਾਂ ਇਹ ਇੱਕ ਮਿਊਜ਼ੀਅਮ ਹੈ, ਜਿਵੇਂ ਕਿ ਹਰ ਕਿਤੇ ਕੋਈ ਨਾ ਕੋਈ ਵੱਖਰੇ ਬੜੀ ਸੋਹਣੀ ਬਿਲਡਿੰਗ ਹੈ, ਉਹ ਠੀਕ ਹੈ, ਪਰ ਇਹਨੂੰ ਖਾਲਸੇ ਦੀ ਰੂਹ ਨੂੰ ਡਿਪਿਕਟ ਕਰਨ ਵਾਲੀ, ਖਾਲਸੇ ਦਾ ਸਰੂਪ ਉਹ ਨਾ ਨਹੀਂ ਲੈਣਾ ਚਾਹੀਦਾ ਵਾਲੀ, ਕਿਉਂਕਿ ਖੰਡੇ ਤੋਂ ਸਾਡਾ ਜਨਮ ਹੈ। ਹਾਂਜੀ, ਤੇ ਸਾਡੇ ਜਨਮ ਹੀ ਹੈ ਨਹੀਂ ਤੇ ਸਾਡਾ ਵਿਰਾਸਤ ਕਿੱਥੋਂ ਬਣੇਗੀ? ਬਾਗਾ ਜੀ ਆਰਕੀਟੈਕਚਰ ਦੇ ਪੁਆਇੰਟ ਆਫ ਵਿਊ ਦੇ ਨਾਲ ਕਿ ਖਾਲਸਾ ਹੈਰੀਟੇਜ ਕੰਪਲੈਕਸ ਦੇ ਜਿਹੜੇ ਬਾਹਰਲੇ ਸਟਰਕਚਰ ਦੇ ਵਿੱਚ ਬੁੰਗਿਆਂ ਅਤੇ ਗੁੰਬਦ ਦਾ ਹੋਣਾ, ਜਿਵੇਂ ਉਹਨੇ ਕਿਹਾ ਵੀ ਉਹਨਾਂ ਚੀਜ਼ਾਂ ਦੀ ਹੋਣੀ ਚਾਹੀਦੀ ਹੈ ਸਿੱਖੀ ਦੇ ਇਤਿਹਾਸ ਨੂੰ ਦਰਸਾਉਣ ਲਈ, ਜੋ ਇਹ ਕਿ ਸਿੱਖੀ ਦਾ ਲਿਟਰਲ ਰਿਪਰੈਜ਼ੈਂਟੇਸ਼ਨ ਨਹੀਂ ਹੈ? ਨਹੀਂ, ਮੈਂ ਸਮਝਦਾ ਕਿ ਜੇ ਗੁੰਬਦ ਨਾ ਵੀ ਹੋਵੇ ਲੇਕਿਨ ਫਿਰ ਵੀ ਸਿੱਖ ਆਰਕੀਟੈਕਚਰ ਦੀ ਜਿਹੜੀ ਈਸੈਂਸ ਹੈ ਉਹ ਇਹਦੇ ਵਿੱਚ ਆ ਸਕਦੀ ਸੀਗੀ। ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਆਰਕੀਟੈਕਚਰ ਜਿਹੜੀ ਆ ਉਹ ਹੰਬਲਨੈਸ ਨੂੰ ਡਿਪਿਕਟ ਕਰਦੀ ਆ। ਇਹਦੇ ਜਿਹੜੇ ਟਾਵਰਿੰਗ ਟਾਵਰਸ ਹੈਗੇ ਆ, ਸਕਾਈਲਾਈਨਸ ਆ, ਸ਼ਾਰਪ ਐਜਿਸ ਆ, ਉਹਦਾ ਸਿੱਖ ਆਰਕੀਟੈਕਚਰ ਨਾਲ ਕੋਈ ਦੂਰ ਪਰੇ ਦਾ ਵੀ ਸਰੋਕਾਰ ਨਹੀਂ ਆ। ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਬਿਲਡਿੰਗ ਬਣੀ ਲਾਇਬ੍ਰੇਰੀ ਦੀ, ਤੇ ਉਹ ਬੜੀ ਟਾਵਰਿੰਗ ਜੇ ਬਣੀ, ਤਾਂ ਇੱਕ ਲੰਡਨ ਦੇ ਆਰਕੀਟੈਕਚਰਲ ਹਿਸਟੋਰੀਅਨ ਰੋਜ਼ੀ ਲਿਲਵਰ ਨੇ ਲਿਖਿਆ ਸੀ ਕਿ ਦਿਸ ਡਜ਼ ਨਾਟ ਡਿਪਿਕਟ the Sikh architecture because Sikh architecture is very humble. The guru on which this university is named, ਉਹ ਤੇ ਗੁਰੂ ਨਾਨਕ ਦੇਵ ਜੀ ਇੰਨੇ ਹੰਬਲ ਸੀਗੇ ਤੇ ਤੁਸੀਂ ਐਵੇਂ ਦੀ ਟਾਵਰਿੰਗ ਬਿਲਡਿੰਗ ਕਿਵੇਂ ਬਣਾ ਸਕਦੇ ਹੋ? ਤੇ ਇਹਨਾਂ ਨੇ ਉਹ ਸਾਰੇ ਜਿਹੜੇ ਕੀਰਤੀਮਾਨ ਆ ਜਿਹੜੇ ਆਪਾਂ ਸਿੱਖ ਆਰਕੀਟੈਕਚਰ 'ਚ ਨਹੀਂ ਕਰਦੇ ਉਹ ਇਹਨਾਂ ਨੇ ਇੱਥੇ ਕੀਤੇ। ਤੇ ਤੁਹਾਡੇ ਹਿਸਾਬ ਨਾਲ ਕੋਈ ਵੀ ਜਿਹੜਾ ਸਿੱਖ ਹੈਗਾ ਉਹ ਆਪਣੇ ਆਪ ਨੂੰ ਇਸ ਸਟਰਕਚਰ ਦੇ ਨਾਲ ਰਿਲੇਟ ਨਹੀਂ ਕਰ ਸਕੇਗਾ? ਨਹੀਂ ਕਰ ਸਕਦਾ। ਮਗਰ ਜੋ ਉਹਦੇ ਅੰਦਰ ਐਫਰਟ ਗਿਆ ਕਿ ਤੁਸੀਂ ਉਸ ਨੂੰ ਮੰਨਦੇ ਹੋ ਕਿ ਉਹਦੇ ਵਿੱਚ ਐਜ਼ ਐਨ ਆਰਕੀਟੈਕਟ ਜਿੱਥੋਂ ਤੱਕ ਉਹਦੀ ਆਰਕੀਟੈਕਚਰ ਦਾ ਸਵਾਲ ਹੈ, ਜੇ ਉਹਨੂੰ ਜਿਵੇਂ ਬਾਗੜੀਆ ਸਰ ਨੇ ਕਿਹਾ ਕਿ ਉਹ ਬਹੁਤ ਅੱਛਾ ਪੀਸ ਆਫ ਆਰਕੀਟੈਕਚਰ ਆ, ਬਹੁਤ ਅੱਛੀ ਤਰ੍ਹਾਂ ਬਣਾਇਆ ਗਿਆ, ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਗਿਆ, ਉਹ ਗੱਲ ਠੀਕ ਹੈਗੀ ਆ ਜੀ, ਲੇਕਿਨ ਉਹਨੂੰ ਸਿੱਖ ਇਤਿਹਾਸ ਨਾਲ ਜੋੜਨਾ ਗਲਤ ਗੱਲ ਹੋਵੇਗੀ।
ਆਪਣੇ ਨਾਲ ਯੂਐਸ ਤੋਂ ਸਨੈਲਵਿਲ ਯੂਨੀਵਰਸਿਟੀ ਤੋਂ ਜੁੜੇ ਹੋਏ ਨੇ ਹੈਡ ਆਫ ਆਰਕੀਟੈਕਟ ਐਂਡ ਪਲੈਨਿੰਗ ਡਿਪਾਰਟਮੈਂਟ ਤੇ ਜਿਹੜੇ ਹੈਡ ਨੇ ਹਰਮੀਤ ਸਿੰਘ ਬੇਦੀ Good morning, sir. In US, it's a morning today. What kind of association you had initially with the project? Can you tell us that? I had no direct affiliation. I'm a Sikh. I'm Punjabi. I went to Anandpur Sahib to visit the Gurdwara, and I noticed this new building coming up next door, and which attracted me. And as a professional planner, I made an overview of what's going on. So that's what my affiliation is. Tell us, Mr. Bedi, what do you think of the architecture? As a professional, I don't agree with that for a number of reasons. Number one, the architecture does not meet the kind of architecture Sikhs and Punjabis have. Look at our gurdwaras, look at our palaces, look at our other buildings built historically. This building does not match with that. As a matter of fact, I have very great respect for the architect Safdi because he has built magnificent buildings. But in my opinion, he failed when it came to Khalsa Heritage building. What he did, he pretty much made a replica of few buildings he built in North America. This particular building he built in Windsor, which is a casino. It has same stacks which he has built for Khalsa Heritage. And the material he has used, second one is, it's all metal. That does not belong to Punjab. Our gurus built gurdwaras and buildings from the local material, and it will have a serious impact on the maintenance. Secondly, this building does not conform with existing buildings. Look at the gurdwaras around. The skyline is totally distracted because of this contemporary building. Mr. Safdi brought Western architecture and some Middle Eastern influence there. We don't need that. We needed something very Khalsa, very Sikh, very Punjabi-oriented architecture. This particular building fails to do that. Then he built those stacks, and they match like some kind of power plant. They are stacks, smoking are going out. I have pictures you can look and compare. And Mr. Safdi did not pay attention or put due diligence to Punjabi architecture. Rather, he brought a contemporary look with sharp edges and curves. We don't have that in Punjabi culture. Look at the houses we built. We don't build those way. We have domes, we have chhatris, we have round figures. We have very practical buildings. Look at our gurdwaras with all the doors open, with the openness, humbleness. Harmandir Sahib was built below ground, below the ground level, to show humbleness, politeness, openness. All those elements are missing in this building. And I have a question for Mr. Badal. Why did he pick this architect from Middle East and Israel? If you go to Israel or you go to America, you never see Indian architecture anywhere. Why did we bring that here? Mr. Bedi, we understand your sentiments, but even if the influences or ideas have come from there, how does it take away from the present design or the religious esteem of the Khalsa Heritage Complex? After all, artists will find influences from everywhere. Very well said, very well said. I appreciate what you said. But the bottom line is the underlying influence should be the local culture, Sikh culture. Where is that? Where is Khalsa culture in this building? These are contemporary buildings. We don't need that. It's the Khalsa Heritage Center. And I have pictures of buildings built by Mr. Safdi. Mr. Safdi has built buildings like boats. He has built these casinos. This particular building matches that. So that's
certainly not a ajuba. It's not something, he created something for Khalsa heritage. Thank you, Mr. Bedi, for taking out time for us.